ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਅੱਜ ਆਪਾਂ ਭਾਈ ਗੁਰਦਾਸ ਜੀ ਦੀ 12ਵੀਂ ਵਾਰ ਆਪ ਜੀ ਨਾਲ ਸਾਂਝੀ ਕਰਾਂਗੇ। ਨਾਮਦੇਵ ਅਰ ਤਰਲੋਚਨ ਇਸ ਵਾਰ ਦਾ ਸਿਰਲੇਖ ਹੈ ਜੋ ਭਾਈ ਗੁਰਦਾਸ ਜੀ ਨੇ ਆਪਣੇ ਕਲਮ ਦੇ ਦੁਆਰਾ ਇਸ ਦਾ ਸਿਰਲੇਖ ਦਿੱਤਾ ਹੈ। ਸੋ ਵਾਰ ਹੈ ਦਰਸ਼ਨ ਵੇਖਣ ਨਾਮ ਦੇ ਭਲਕੇ ਉਠ ਤਰਲੋਚਨ ਆਵੇ। ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰਚਲ ਸੁਣਾਵੇ। ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ। ਠਾਕਰ ਜੀ ਨੂੰ ਪੁੱਛਿਓ ਉਸ ਦਰਸ਼ਨ ਕਿਵੇਂ ਤਰਲੋਚਨ ਪਾਵੇ। ਹੱਸ ਕੇ ਠਾਕਰ ਬੋਲਿਆ ਨਾਮ ਦਿਓ ਨੂੰ ਕਹਿ ਸਮਝਾਵੇ। ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੂੰਹ ਲਾਵੇ। ਹਉ ਅਧੀਨ ਹਾਂ ਭਗਤ ਦੇ ਪਹੁੰਚਨ ਹੰਗਾ ਭਗਤੀ ਦਾਵੇ। ਹੋਏ ਵਿਚੋਲਾ ਆਣ ਮਿਲਾਵੇ। ਭਾਈ ਗੁਰਦਾਸ ਜੀ ਵਰਣਨ ਕਰਦੇ ਹਨ, ਦਰਸ਼ਨ ਵੇਖਣ ਨਾਮ ਦੇ ਭਲਕੇ ਉਠ ਤਰਲੋਚਨ ਆਵੇ। ਨਾਮਦੇਵ ਅਤੇ ਤਰਲੋਚਨ ਦੋਨੇ ਮਿੱਤਰ ਹਨ। ਆਪਸ ਵਿੱਚ ਇੱਕ ਦੂਜੇ ਨੂੰ ਮਿਲਣ ਜਾਂਦੇ ਹਨ ਤੇ ਇਕੱਠੇ ਰਲ ਕੇ ਬੈਠ ਕੇ ਉਸ ਪਰਮੇਸ਼ਰ ਦੀਆਂ ਗੱਲਾਂ ਕਰਦੇ ਹਨ, ਕਥਾ ਵਾਰਤਾ ਕਰਦੇ ਹਨ ਤੇ ਆਨੰਦਵਾਨ ਹੋ ਜਾਂਦੇ ਹਨ। ਤਰਲੋਚਨ ਨਾਮਦੇਵ ਜੀ ਨੂੰ ਮਿਲਣ ਆਉਂਦਾ ਹੈ ਤੇ ਨਾਮਦੇਵ ਜੀ ਤਰਲੋਚਨ ਨੂੰ ਮਿਲ ਜਾਂਦੇ ਹਨ। ਆਪਸ ਵਿੱਚ ਪ੍ਰੇਮ ਬਹੁਤ ਹੈ। ਪ੍ਰੇਮ ਦਾ ਕਾਰਨ ਇੱਕ ਹੈ ਕਿ ਜਿਹੜਾ ਤਰਲੋਚਨ ਹੈ ਉਹ ਵੀ ਦਰਸ ਦਾ ਪਿਆਸਾ ਹੈ ਤੇ ਜਿਹੜੇ ਨਾਮਦੇਵ ਹਨ ਉਹ ਉਹਦਾ ਦਰਸ ਕਰਕੇ ਭੇਜੇ ਹੋਏ ਹਨ। ਭਗਤ ਕਰਨ ਮਿਲ ਦੋਏ ਜਣੇ, ਦੋਨੇ ਜਾਣੇ ਇਕੱਠੇ ਮਿਲ ਕੇ ਭਗਤ ਕਰਦੇ ਹਨ। ਨਾਮ ਦਿਓ ਹਰ ਚਲਤ ਸੁਣਾਵੇ। ਨਾਮਦੇਵ ਭਗਵਾਨ ਦੇ ਚਰਿੱਤਰ ਸੁਣਾਉਂਦਾ ਹੈ, ਕਿਉਂਕਿ ਭਗਵਾਨ ਹਰ ਵੇਲੇ ਨਾਮਦੇਵ ਦੇ ਕੋਲ ਰਹਿੰਦੇ ਸਨ, ਦਰਸ਼ਨ ਦਿੰਦੇ ਸਨ ਤੇ ਉਹਦੇ ਨਾਲ ਖੇਡਾਂ ਖੇਡਦੇ ਸਨ। ਭਗਤ ਕਰਨ ਮਿਲ ਦੋਏ ਜਣੇ ਨਾਮ ਦਿਓ ਹਰ ਚਲਤ ਸੁਣਾਵੇ। ਤੇ ਨਾਮਦੇਵ ਚਰਿੱਤਰ ਸੁਣਾਉਂਦਾ ਹੈ ਤਰਲੋਚਨ ਨੂੰ ਕਿ ਮੇਰੇ ਨਾਲ ਇਸ ਤਰ੍ਹਾਂ ਕਰਦੇ ਹਨ ਭਗਵਾਨ, ਇਸ ਤਰ੍ਹਾਂ ਕਰਦੇ ਹਨ, ਉਹ ਇਸ ਤਰ੍ਹਾਂ ਦੇ ਹਨ, ਇਸ ਤਰ੍ਹਾਂ ਦਾ ਉਹਨਾਂ ਦਾ ਰੰਗ ਰੂਪ ਹੈ, ਬੜੇ ਸੁੰਦਰ ਹਨ। ਤੇ ਤਰਲੋਚਨ ਜਿਹੜਾ ਹੈ ਉਹ ਕਹਿੰਦਾ ਹੈ, ਮੇਰੀ ਵੀ ਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੇ। ਐ ਨਾਮਦੇਵ ਤੂੰ ਕਿਤੇ ਮੇਰੀ ਵੀ ਬੇਨਤੀ ਕਰ ਦੇ ਭਗਵਾਨ ਦੇ ਅੱਗੇ ਕਿ ਤਰਲੋਚਨ ਨੂੰ ਵੀ ਦਰਸ਼ਨ ਦਿਓ, ਕਿਰਪਾ ਕਰੋ। ਠਾਕਰ ਜੀ ਨੂੰ ਪੁੱਛਿਓ ਦਰਸ਼ਨ ਕਿਵੇਂ ਤਰਲੋਚਨ ਪਾਵੇ। ਤੇ ਠਾਕਰ ਜੀ ਨੂੰ ਪੁੱਛਦਾ ਹੈ ਨਾਮਦੇਵ ਕਿ ਮਹਾਰਾਜ ਮੇਰਾ ਮਿੱਤਰ ਜਿਹੜਾ ਤਰਲੋਚਨ ਹੈ ਉਹ ਵੀ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਹੈ, ਉਸ 'ਤੇ ਕਿਰਪਾ ਕਰੋ, ਉਸ ਨੂੰ ਵੀ ਦਰਸ਼ਨ ਦਿਓ। ਹੱਸ ਕੇ ਠਾਕਰ ਬੋਲਿਆ ਨਾਮਦੇਵ ਨੂੰ ਕਹਿ ਸਮਝਾਵੇ। ਠਾਕਰ ਜਿਹੜੇ ਹੱਸਦੇ ਹਨ ਨਾਮਦੇਵ ਦੀ ਗੱਲ ਸੁਣ ਕੇ, ਨਾਮਦੇਵ ਨੂੰ ਕਹਿ ਸਮਝਾਵੇ। ਤੇ ਨਾਮਦੇਵ ਨੂੰ ਇਹ ਸਮਝਾਉਂਦੇ ਹਨ, ਇਹ ਕਹਿੰਦੇ ਹਨ, ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੂੰਹ ਲਾਵੇ। ਕਹਿੰਦੇ ਉਹ ਭੇਟਾ ਹੱਥ ਨਹੀਂ ਆਉਂਦੀ, ਭਾਵ ਤਰਲੋਚਨ ਦੇ ਮੈਂ ਕੋਲ ਹੀ ਰਹਿੰਦਾ ਹਾਂ ਪਰ ਉਸ ਨੂੰ ਦੇਖਣ ਦਾ ਮੌਕਾ ਨਹੀਂ ਮਿਲਦਾ। ਹੱਥ ਨਾ ਆਵੇ ਭੇਟ ਸੋ ਤੁਸ ਤਰਲੋਚਨ ਮੈਂ ਮੂੰਹ ਲਾਵੇ। ਤਰਲੋਚਨ ਨੂੰ ਆਖ ਦੇਵੇ ਕਿ ਜਿਹੜੀ ਮੈਨੂੰ ਭੇਟਾ ਦਿੰਦਾ ਹੈ ਉਹ ਮੈਨੂੰ ਮਨ ਕਰਕੇ ਦੇਵੇ, ਮਨ ਕਰਕੇ
ਮੇਰੇ ਤੇ ਰੀਝੇ। ਤੇ ਜਦੋਂ ਕੋਈ ਸਮਰਪਿਤ ਹੋ ਜਾਂਦਾ ਹੈ ਪਿਆਰੀ ਸਾਧ ਸੰਗਤ, ਤਾਂ ਭਗਵਾਨ ਵੀ ਉਸ ਦੇ ਵੱਸ ਵਿੱਚ ਹੋ ਜਾਂਦਾ ਹੈ। ਹਉ ਅਧੀਰ ਹਾਂ ਭਗਤ ਦੇ, ਪਹੁੰਚ ਨਾ ਹੰਗਾ ਭਗਤੀ ਦਾਵੇ। ਮੈਂ ਅਧੀਨ ਹੋ ਜਾਂਦਾ ਹਾਂ ਭਗਤ ਦੇ, ਮੇਰੇ ਅਧੀਨ ਇਹ ਸਾਰਾ ਸੰਸਾਰ ਹੈ ਅਤੇ ਮੈਂ ਉਸ ਆਪਣੇ ਭਗਤ ਦੇ ਅਧੀਨ ਹੋ ਜਾਂਦਾ ਹਾਂ, ਜਿਹੜਾ ਮੈਨੂੰ ਧਿਆਉਂਦਾ ਹੈ, ਹਰ ਵੇਲੇ ਮੈਨੂੰ ਆਪਣਾ ਸਮਝਦਾ ਹੈ। ਮੈਂ ਭਗਤ ਦੀ ਰੱਖਿਆ ਲਈ ਹਰ ਵੇਲੇ ਹਾਜ਼ਰ ਰਹਿੰਦਾ ਹਾਂ। ਪਹੁੰਚਣਾ ਹੰਗਾ ਭਗਤੀ ਦਾਵੇ। ਜਦੋਂ ਭਗਤੀ ਮੇਰੀ ਕੋ ਕਰਦਾ ਹੈ, ਮੇਰੇ ਵਿੱਚ ਹਰ ਵੇਲੇ ਆਪਣਾ ਮਨ ਰੱਖਦਾ ਹੈ, ਅਤੇ ਮੈਂ ਉਸ ਤੋਂ ਫਿਰ ਦੂਰ ਨਹੀਂ ਹੋ ਸਕਦਾ। ਹੋਏ ਵਿਚੋਲਾ ਆਣ ਮਿਲਾਵੇ। ਅਤੇ ਵਿਚੋਲਾ ਜਦੋਂ ਕੋਈ ਬਣ ਜਾਂਦਾ ਹੈ ਤਾਂ ਫਿਰ ਤਾਂ ਮੈਂ ਦੂਸਰੇ ਨੂੰ ਵੀ ਦਰਸ਼ਨ ਦਿੰਦਾ ਹਾਂ, ਜਿਹੜਾ ਉਹਦਾ ਮਿੱਤਰ ਹੈ। ਇਸ ਕਰਕੇ ਤਰਲੋਚਨ ਜੀ ਨੂੰ ਵੀ ਦਰਸ਼ਨ ਜਿਹੜੇ ਨਾਮਦੇਵ ਜੀ ਕਰਕੇ ਹੋਏ। ਪਿਆਰੀ ਸਾਧ ਸੰਗਤ, ਨਾਮਦੇਵ ਤਾਂ ਤਰਲੋਚਨ ਦੋਨੇ ਇਕੱਠੇ ਬੈਠ ਕੇ ਭਗਤੀ ਕਰਿਆ ਕਰਦੇ ਸਨ। ਤਰਲੋਚਨ ਜੀ ਭਾਵੇਂ ਘੱਟ ਭਗਤੀ ਰੱਖਦੇ ਸਨ, ਪਰ ਮਿੱਤਰ ਤਾਂ ਨਾਮਦੇਵ ਦੇ ਸਨ। ਨਾਮਦੇਵ ਦੇ ਕਹਿਣ ਕਰਕੇ ਭਗਵਾਨ ਨੇ ਤਰਲੋਚਨ ਨੂੰ ਵੀ ਦਰਸ਼ਨ ਦਿੱਤੇ। ਤਰਲੋਚਨ ਦੇ ਵਿਚੋਲੇ ਬਣੇ ਨਾਮਦੇਵ। ਭਗਵਾਨ ਦੇ ਅੱਗੇ ਬੇਨਤੀ ਕੀਤੀ, ਭਗਵਾਨ ਨੇ ਮੂਹਰਿਓਂ ਕਿਹਾ ਨਹੀਂ ਮੋੜਿਆ, ਕਿਉਂਕਿ ਜਿਸ ਦੀ ਸੰਗਤ ਕਰੀਏ ਉਸ ਦਾ ਰੰਗ ਲੱਗ ਜਾਂਦਾ ਹੈ। ਰੰਗ ਲਾਗਤ 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 ਹੈ। ਜਿਸ ਤਰ੍ਹਾਂ ਦਾ ਕੰਮ ਕਰੋ ਉਸ ਤਰ੍ਹਾਂ ਦਾ ਰੰਗ ਚੜ੍ਹ ਜਾਂਦਾ ਹੈ। ਸੋ ਪਿਆਰੀ ਸਾਧ ਸੰਗਤ, ਇਹ ਜਿਹੜਾ ਭਗਤੀ ਦਾ ਰੰਗ ਹੈ, ਨਾਮ ਦਾ ਰੰਗ ਹੈ, ਸੇਵਾ ਦਾ ਰੰਗ ਹੈ, ਲੋਕਾਂ ਦੇ ਵਿੱਚ ਆਤਮ ਦ੍ਰਿਸ਼ਟੀ ਦਾ ਰੰਗ ਹੈ, ਇਹ ਬਿਰਲੇ ਬੰਦਿਆਂ ਨੂੰ ਚੜ੍ਹਦਾ ਹੈ। ਇਹ ਸਾਡਾ ਜੋ ਮਨ ਹੈ, ਜਨਮ ਜਨਮ ਕੀ ਇਸ ਮਨ ਕੋ ਮਨ ਲਾਗੀ ਕਾਲਾ ਹੋਇਆ ਸਿਆਹੋ। ਇਹ ਜਨਮ ਜਨਮ ਦਾ ਕਾਲਾ ਹੋਇਆ ਪਿਆ ਹੈ। ਇਸ ਨੂੰ ਪਾਵਨ ਪਵਿੱਤਰ ਕਰਨ ਲਈ ਸੰਗਤ ਦੀ ਲੋੜ ਹੈ, ਗੁਰੂ ਦੀ ਲੋੜ ਹੈ। ਗਿਆਨ ਸਲਾਹ ਖਾਦੀ ਬੁੱਧਲੋਚਨ, ਕਰ ਹੈ ਤਮ ਅਗਿਆਨ ਵਿਮੋਚਨ। ਨਿਰਾਵਰਨ ਦ੍ਰਿਗ ਕਰੇ ਜੋ ਸ਼੍ਰੀ ਗੁਰ, ਨਮੋ ਨਮੋ ਤੈ ਚਰਨ ਤਾਰ ਉਰ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਸਹਿਜ ਆਨੰਦ ਬਸੈ ਬੈਰਾਗੀ। ਕਿਸੇ ਨੂੰ ਕਿਸੇ ਨੇ ਮਿਲਣ ਦੀ ਇੱਛਾ ਹੈ, ਕਿਸੇ ਨੂੰ ਕਿਸੇ ਨੂੰ ਮਿਲਣ ਦੀ ਇੱਛਾ ਹੈ, ਪਰ ਭਗਵਾਨ ਦੇ ਭਗਤਾਂ ਨੂੰ ਉਸ ਭਗਵਾਨ ਨੂੰ ਮਿਲਣ ਦੀ ਇੱਛਾ ਹੈ। ਐਸਾ ਹੈ ਭਗਵਾਨ ਜਿਹੜਾ ਦਿਸਦਾ ਨਹੀਂ, ਅਦ੍ਰਿਸ਼ਟ ਰੂਪ ਹੈ। ਜਿਹੜਾ ਕਦੀ ਕਿਸੇ ਨੇ ਦੇਖਿਆ ਨਹੀਂ, ਉਸ ਨੂੰ ਮਿਲਣ ਦੀ ਇੱਛਾ ਕਰਨੀ ਬਹੁਤ ਵੱਡੀ ਗੱਲ ਹੈ। ਜਿਹੜੀ ਚੀਜ਼ ਕਦੀ ਦੇਖੀ ਨਾ ਹੋਵੇ, ਸਿਰਫ ਸਿਆਣੇ ਆਖਦੇ ਹੋਣ, ਸੰਤ ਆਖਦੇ ਹੋਣ, ਬਾਣੀ ਆਖਦੀ ਹੋਵੇ, ਸ਼ਾਸਤਰ ਆਖਦੇ ਹੋਣ ਕਿ ਉਹ ਇਸ ਤਰ੍ਹਾਂ ਦਾ ਹੈ, ਉਸ ਉੱਤੇ ਵਿਸ਼ਵਾਸ ਕਰਕੇ ਉਸ ਦੇ ਪਿੱਛੇ ਤੁਰਨਾ ਬਹੁਤ ਕਠਿਨ ਗੱਲ ਹੈ। ਪਰ ਵਿਸ਼ਵਾਸ ਹੀ ਬੇੜੇ ਪਾਰ ਕਰ ਦਿੰਦਾ ਹੈ। ਧੰਨੇ ਨੇ ਵਿਸ਼ਵਾਸ ਕੀਤਾ ਪੱਥਰ ਦੇ ਉੱਤੇ ਤਾਂ ਉਸ ਵਿੱਚੋਂ ਪਾ ਲਿਆ। ਬੇਣੀ ਜੀ ਨੇ ਵਿਸ਼ਵਾਸ ਕੀਤਾ, ਉਸ ਨੇ ਪਾ ਲਿਆ। ਨਾਮਦੇਵ ਨੇ ਵਿਸ਼ਵਾਸ ਕੀਤਾ, ਉਸ ਨੇ ਪ੍ਰਾਪਤ ਕਰ ਲਿਆ। ਕਬੀਰ ਨੇ ਵਿਸ਼ਵਾਸ ਕੀਤਾ, ਉਸ ਨੇ ਪਾ ਲਿਆ। ਰਵਿਦਾਸ ਜੀ ਨੇ ਵਿਸ਼ਵਾਸ ਕੀਤਾ, ਉਸ ਨੇ ਪਾ ਲਿਆ। ਜੇਕਰ ਵਿਸ਼ਵਾਸ ਹੋਵੇ ਤਾਂ ਹੀ ਉਹ ਪ੍ਰਾਪਤ ਹੁੰਦਾ ਹੈ। ਸਾਧਨਾ ਪ੍ਰਬਲ ਹੋ ਜਾਂਦੀ ਹੈ, ਮਨ ਦੇ ਵਿੱਚ ਉਸ ਦਾ ਗਾਇਨ ਹੁੰਦਾ ਹੈ,
ਉਸ ਦੀ ਬਾਣੀ ਸੁਣਨ ਨੂੰ ਮਨ ਕਰਦਾ ਹੈ। ਉਸ ਦਾ ਜ਼ਿਕਰ ਕਰਨ ਵਾਲਿਆਂ ਦੇ ਕੋਲ ਬੈਠਣ ਨੂੰ ਮਨ ਕਰਦਾ ਹੈ। ਨਹੀਂ ਤਾਂ ਅੱਜ ਕੱਲ੍ਹ ਦਾ ਸੰਸਾਰ ਐਸਾ ਹੈ ਕਿ ਬਣੀ ਬਣਾਈ ਗੱਲ ਤੋੜ ਦਿੰਦਾ ਹੈ। ਵਿਸ਼ਵਾਸ ਤੋੜਨ ਵਾਲੇ ਲੋਕ ਬਹੁਤ ਹਨ, ਬਣਾਉਣ ਵਾਲੇ ਬਹੁਤ ਘੱਟ ਹਨ। ਇਸ ਕਰਕੇ ਪਿਆਰੀ ਸਾਧ ਸੰਗਤ, ਭਗਤ ਨਾਮਦੇਵ ਜੀ ਦੇ ਕਰਕੇ ਭਗਤ ਤਰਲੋਚਨ ਜੀ ਨੂੰ ਦਰਸ਼ਨ ਹੋਏ। ਜਦੋਂ ਵਿਸ਼ਵਾਸ ਹੋ ਜਾਵੇ ਤਾਂ ਫਿਰ ਤਾਂ ਉਹ ਹਾਜ਼ਰ ਹਜ਼ੂਰ ਹੈ, ਜ਼ਾਹਰ ਜ਼ਹੂਰ ਹੈ। ਭਗਤ ਨਾਮਦੇਵ ਜੀ ਨੂੰ 72 ਵਾਰ ਦਰਸ਼ਨ ਹੋਏ ਭਗਵਾਨ ਦੇ। ਕਰਦੇ ਤਾਂ ਹਰ ਵੇਲੇ ਸਨ, ਪ੍ਰਤੱਖ ਰੂਪ ਦੇ ਵਿੱਚ ਆਪਸ ਵਿੱਚ ਖੇਡਾਂ ਮਾਡਾਂ ਖੇਲਦੇ 72 ਵਾਰ ਦਰਸ਼ਨ ਹੋਏ ਭਗਤ ਨਾਮਦੇਵ ਜੀ ਨੂੰ। ਕਿਤਨਾ ਵਿਸ਼ਾਲ ਮਨ ਹੋਵੇਗਾ ਜਿਹਦੇ ਵਿੱਚ ਭਗਤੀ ਦਾ ਰੰਗ ਚੜ੍ਹਿਆ। ਭਗਵਾਨ ਨੂੰ ਬਾਰ-ਬਾਰ ਦਰਸ਼ਨ ਦੇਣੇ ਪਏ, ਹਰ ਕੌਤਕ ਦੇ ਵਿੱਚ ਦਰਸ਼ਨ ਦੇਣੇ ਪਏ। ਦਰਸ ਦੀ ਪਿਆਸ ਲੱਗ ਜਾਵੇ, ਉਸ ਦੀ ਮਹਿਮਾ ਦੇ ਵਿੱਚ ਮਨ ਭਿੱਜ ਜਾਵੇ, ਉਸ ਦੇ ਗੁਣ ਗਾਇਨ ਕਰਨੇ ਨੂੰ ਹਰ ਵੇਲੇ ਮਨ ਕਰੇ, ਸੰਸਾਰ ਤੋਂ ਬੈਰਾਗ ਹੋ ਜਾਵੇ ਤੇ ਇੱਕੋ ਹੀ ਇੱਕ ਦ੍ਰਿਸ਼ਟਮਾਨ ਹੋਵੇ, ਤਾਂ ਹੀ ਗੱਲ ਬਣਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।